DRG Kids। ਕਹਾਣੀ ਬਿਨ ਵਿਆਹੀ ਮਾਂ। ਵਿਜੇ ਜੋ ਅੱਜ ਕਲੈਕਟਰ ਸੀ ਅਤੇ ਖੁਸ਼ਹਾਲ ਤੇ ਇੱਜ਼ਤ ਦੀ ਜ਼ਿੰਦਗੀ ਜੀ ਰਿਹਾ ਸੀ, ਉਹਦਾ ਬਚਪਨ ਅਨਾਥ ਆਸ਼ਰਮ ਵਿੱਚ ਬਿਤਿਆ ਸੀ ਤੇ ਉਹਨੂੰ ਕਲੈਕਟਰ ਦੇ ਅਹੁਦੇ ਤੱਕ ਪਹੁੰਚਣ ਦੇ ਲਈ ਬੜਾ ਹੀ ਸਖਤ ਸੰਘਰਸ਼ ਕਰਨਾ ਪਿਆ ਸੀ। ਉਹ ਆਪ ਹੀ ਇੱਕ ਅਨਾਥ ਤੇ ਗਰੀਬ ਆਦਮੀ ਰਹਿ ਚੁੱਕਿਆ ਸੀ। ਇਸੇ ਲਈ ਉਹਦੇ ਦਿਲ ਵਿੱਚ ਗਰੀਬਾਂ ਦੇ ਲਈ ਖਾਸੀ ਹਮਦਰਦੀ ਅਤੇ ਪਿਆਰ ਵੀ ਸੀ। ਆਪਣੇ ਘਰ ਦੀ ਨੌਕਰਾਨੀ ਸਾਵਿਤਰੀ ਨੂੰ ਉਹ ਆਪਣੀ ਮਾਂ ਦੀ ਤਰ੍ਹਾਂ ਹੀ ਮਾਣਦਾ ਸੀ ਤੇ ਸਾਵਿਤਰੀ ਵੀ ਉਹਦੇ ਉੱਤੇ ਆਪਣੀ ਮਮਤਾ ਲੁਟਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਦੀ ਸੀ। ਮਾਂ ਜੀ, ਤੁਸੀਂ ਇੰਨਾ ਸਾਰਾ ਕੰਮ ਕਰਦੇ ਪਏ ਹੋ, ਇਸ ਬੁਢਾਪੇ ਵਿੱਚ ਥੋੜਾ ਆਰਾਮ ਵੀ ਕਰ ਲਿਆ ਕਰੋ ਮਾਂ ਜੀ। ਕੁਛ ਵੀ ਹੈ ਬੇਟਾ, ਆਖਿਰ ਮੈਂ ਇਸ ਘਰ ਦੀ ਹਾਂ ਤੇ ਨੌਕਰਾਨੀ ਹੀ ਨਾ, ਕੰਮ ਤੇ ਕਰਨਾ ਹੀ ਪਵੇਗਾ। ਮੈਂ ਤੁਹਾਨੂੰ ਕਦੇ ਵੀ ਨੌਕਰਾਨੀ ਨਹੀਂ ਸਮਝਿਆ ਮਾਂ ਜੀ, ਤੁਹਾਨੂੰ ਤਾਂ ਮੈਂ ਹਮੇਸ਼ਾ ਆਪਣੀ ਮਾਂ ਵਰਗਾ ਹੀ ਸਮਝਿਆ ਮਾਂ ਜੀ। ਵਿਜੇ ਦੀ ਇਹ ਗੱਲ ਸੁਣ ਕੇ ਸਾਵਿਤਰੀ ਮਨ ਹੀ ਮਨ ਸੋਚਦੀ ਹੈ, ਬੇਟਾ ਮਾਂ ਵਰਗੀ ਹੀ ਤੇ ਸਮਝਦਾ ਹੈ ਨਾ, ਮਾਂ ਤੇ ਨਹੀਂ ਮੰਨਦਾ ਨਾ। ਮੇਰੇ ਮਨ ਨੂੰ ਚੈਨ ਉਦੋਂ ਮਿਲੇਗਾ ਜਦੋਂ ਤੂੰ ਮੈਨੂੰ ਆਪਣੀ ਸਕੀ ਮਾਂ ਸਮਝੇਗਾ। ਇਹਦੇ ਕੁਝ ਦਿਨਾਂ ਬਾਅਦ ਵਿਜੇ ਸੁਮਨ ਨਾਂ ਦੀ ਇੱਕ ਕੁੜੀ ਨਾਲ ਵਿਆਹ ਕਰ ਲੈਂਦਾ ਹੈ ਤੇ ਸੁਮਨ ਦੇ ਘਰ ਆਉਣ ਤੋਂ ਬਾਅਦ ਸਾਵਿਤਰੀ ਉਹਦੇ ਨਾਲ ਆਪਣੀ ਨੂੰਹ ਵਰਗਾ ਹੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਸੁਮਨ ਨੂੰ ਬਿਲਕੁਲ ਵੀ ਰਾਸ ਨਹੀਂ ਆਉਂਦਾ। ਵੇਖੋ ਮਾਂ ਜੀ, ਤੁਸੀਂ ਇੱਕ ਨੌਕਰਾਨੀ ਹੋ ਤੇ ਨੌਕਰਾਨੀ ਬਣ ਕੇ ਹੀ ਰਹੋ। ਮੈਨੂੰ ਨਾ ਆਪਣੀ ਨੂੰਹ ਸਮਝਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਓਹੋ, ਫਿਰ ਕੀ ਹੋਇਆ ਸੁਮਨ? ਇਹ ਬਜ਼ੁਰਗ ਨੇ ਤੇ ਮੈਂ ਇਹਨਾਂ ਨੂੰ ਆਪਣੀ ਮਾਂ ਵਰਗਾ ਹੀ ਮੰਨਦਾ। ਉਹ ਸਭ ਤੇ ਠੀਕ ਹੈ ਜੀ, ਪਰ ਮੇਰਾ ਮਨ ਇੱਕ ਨੌਕਰਾਨੀ ਨੂੰ ਆਪਣੀ ਸੱਸ ਦਾ ਦਰਜਾ ਦੇਣ ਨੂੰ ਬਿਲਕੁਲ ਤਿਆਰ ਨਹੀਂ ਹੁੰਦਾ। ਕੋਈ ਗੱਲ ਨਹੀਂ, ਮੈਂ ਤੁਹਾਡੇ ਘਰ ਦੀ ਨੌਕਰਾਨੀ ਬਣ ਕੇ ਹੀ ਰਹਿ ਲਵਾਂਗੀ। ਬਸ ਤੁਸੀਂ ਦੋਵੇਂ ਖੁਸ਼ ਰਹੋ। ਉਸ ਦਿਨ ਤੋਂ ਬਾਅਦ ਸਾਵਿਤਰੀ ਥੋੜੀ ਉਦਾਸ ਤੇ ਚੁੱਪਚਾਪ ਹੀ ਰਹਿਣ ਲੱਗਦੀ ਹੈ, ਪਰ ਵਿਜੇ ਦੇ ਲਈ ਉਹਦੀ ਪਰਵਾਹ ਤੇ ਮਮਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦੀ। ਸੁਮਨ ਨੂੰ ਉਹਦਾ ਇਹ ਪਿਆਰ ਵੀ ਪਸੰਦ ਨਹੀਂ ਆਉਂਦਾ ਤੇ ਇਸ ਕਰਕੇ ਵੀ ਉਹਦੇ ਮਨ ਵਿੱਚ ਸਾਵਿਤਰੀ ਦੇ ਲਈ ਬਹੁਤ ਜ਼ਿਆਦਾ ਨਫ਼ਰਤ ਪੈਦਾ ਹੋਣ ਲੱਗਦੀ ਹੈ। ਮੇਰਾ ਵਿਜੇ ਪੁੱਤਰ, ਆ ਵੇਖ, ਮੈਂ ਤੇਰੇ ਲਈ ਸਪੈਸ਼ਲ ਖੀਰ ਬਣਾਈ ਹੈ, ਜ਼ਰਾ ਖਾ ਕੇ ਤੇ ਵੇਖ। ਮੈਂ ਖਾ ਕੇ ਵੇਖੀ ਹੈ ਮਾਂ ਜੀ, ਕੁਝ ਖਾਸ ਨਹੀਂ ਬਣੀ ਹੈ। ਕੱਲ ਰਸੋਈ ਮੈਂ ਵੇਖਾਂਗੀ, ਤੁਸੀਂ ਭਾਂਡੇ ਤੇ ਸਾਫ਼ ਸਫਾਈ ਦਾ ਕੰਮ ਵੇਖਿਓ, ਸਮਝੇ? ਸੁਮਨ ਦੀ ਇਹ ਗੱਲ ਸੁਣ ਕੇ ਸਾਵਿਤਰੀ ਅਤੇ ਵਿਜੇ ਦੋਵੇਂ ਚੁੱਪ ਕਰ ਜਾਂਦੇ ਨੇ ਤੇ ਇਹਦੇ ਬਾਅਦ ਹੀ ਸੁਮਨ ਸਾਵਿਤਰੀ ਨੂੰ ਆਪਣੇ ਘਰੋਂ ਕੱਢਣ ਦਾ ਪੱਕਾ ਨਿਸ਼ਚੈ ਕਰ ਲੈਂਦੀ ਹੈ। ਤੈਨੂੰ ਤੇ ਮੈਂ ਵੇਖ ਲਵਾਂਗੀ ਬੁੜੀਏ, ਕਿੰਨੇ ਦਿਨ ਹੋਰ ਇਹਨਾਂ ਦੀ ਮਾਂ ਬਣਨ ਦੀ ਕੋਸ਼ਿਸ਼ ਕਰਦੀ ਹੈ ਤੂੰ। ਉਸ ਦਿਨ ਤੋਂ ਬਾਅਦ ਸੁਮਨ ਉਹਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਇੱਕ ਦਿਨ ਸਾਵਿਤਰੀ ਆਪ ਹੀ ਉਹਨਾਂ ਦਾ ਘਰ ਛੱਡ ਕੇ ਚਲੀ ਜਾਂਦੀ ਹੈ। ਪਰ ਸਾਵਿਤਰੀ ਘਰ ਛੱਡਣ ਤੋਂ ਬਾਅਦ ਵੀ ਵਿਜੇ ਬਾਰੇ ਸੋਚਣਾ ਬੰਦ ਨਹੀਂ ਕਰਦੀ। ਉਹ ਰੋਜ਼ ਉਹਨਾਂ ਦੇ ਘਰ ਦੇ ਸਾਹਮਣੇ ਦੂਰ ਸੜਕ ਉੱਤੇ ਖੜੀ ਹੋ ਜਾਂਦੀ ਹੈ ਤੇ ਆਉਂਦੇ ਜਾਂਦੇ ਹੋਏ ਵਿਜੇ ਨੂੰ ਤੱਕਦੀ ਰਹਿੰਦੀ ਹੈ। ਇਹਦੇ ਹੀ ਨਾਲ ਹੀ ਉਹ, ਤੇਰੇ ਸਾਹਬ ਦਾ ਕੀ ਹਾਲ ਹੈ ਬੇਟਾ? ਬਿਲਕੁਲ ਠੀਕ ਠਾਕ ਹੈ ਨਾ? ਹਾਂ, ਸਭ ਠੀਕ ਹੀ ਨੇ। ਤੇ ਉਹਨਾਂ ਦੀ ਪਤਨੀ? ਉਹ ਵੀ ਭਲੀ ਚੰਗੀ ਹੈ। ਬੜੀ ਚੰਗੀ ਗੱਲ ਹੈ ਪੁੱਤਰ, ਰੱਬ ਉਹਨਾਂ ਦੋਵਾਂ ਨੂੰ ਲੰਬੀ ਉਮਰ ਦੇਵੇ, ਉਹਨਾਂ ਨੂੰ ਮੇਰੀ ਉਮਰ ਵੀ ਲੱਗ ਜਾਵੇ। ਇਹ ਕਹਿ ਕੇ ਸਾਵਿਤਰੀ ਉੱਥੋਂ ਚਲੀ ਜਾਂਦੀ ਹੈ ਤੇ ਫਿਰ ਕੁਝ ਦਿਨਾਂ ਬਾਅਦ ਉਹੀ ਗਾਰਡ ਵਿਜੇ ਨੂੰ ਸਾਵਿਤਰੀ ਦੇ ਬਾਰੇ ਦੱਸਦੇ ਹੋਏ ਕਹਿੰਦਾ ਹੈ, ਸਾਹਿਬ, ਉਹ ਸਾਵਿਤਰੀ ਰੋਜ਼ ਹੀ ਰੋਜ਼ ਦੂਰ ਸੜਕ ਉੱਤੇ ਖੜੀ ਹੋ ਕੇ ਤੁਹਾਨੂੰ ਵੇਖਦੀ ਰਹਿੰਦੀ ਹੈ ਤੇ ਤੁਹਾਡਾ ਹਾਲ ਚਾਲ ਵੀ ਪੁੱਛਦੀ ਰਹਿੰਦੀ ਹੈ। ਇਹ ਕੀ ਕਹਿੰਦਾ ਪਿਆ ਬਈ? ਜੀ ਸਾਹਿਬ, ਮੈਂ ਸਹੀ ਕਹਿ ਰਿਹਾ। ਕੋਈ ਨੌਕਰਾਨੀ ਤੇ ਇਸ ਤਰ੍ਹਾਂ ਕਦੀ ਵੀ ਨਹੀਂ ਕਰ ਸਕਦੀ। ਜ਼ਰੂਰ ਉਹਦਾ ਤੇ ਤੁਹਾਡੇ ਨਾਲ ਕੋਈ ਕੂੜਾ ਰਿਸ਼ਤਾ ਹੈ ਸਾਹਿਬ। ਇਹ ਸੁਣ ਕੇ ਵਿਜੇ ਦੇ ਮਨ ਵਿੱਚ ਹਲਚਲ ਮਚ ਜਾਂਦੀ ਹੈ ਤੇ ਉਹ, ਆਖਿਰ ਇਹ ਗੱਲ ਸੋਚਣ ਵਾਲੀ ਤਾਂ ਹੈ। ਸਾਵਿਤਰੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ, ਤਾਂ ਫਿਰ ਵੀ ਉਹ ਮੇਰੇ ਨਾਲ ਇੰਨਾ ਪਿਆਰ ਭਲਾ ਕਿਉਂ ਕਰਦੀ ਹੈ? ਇਹਦੇ ਪਿੱਛੇ ਕੋਈ ਰਾਸਤਾ ਨਹੀਂ। ਇਹੀ ਸੋਚ ਕੇ ਵਿਜੇ ਉਸ ਅਨਾਥ ਆਸ਼ਰਮ ਵਿੱਚ ਜਾਣ ਦਾ ਫੈਸਲਾ ਕਰਦਾ ਹੈ ਜਿਸ ਵਿੱਚ ਉਹ ਵੱਡਾ ਹੋਇਆ ਸੀ। ਉੱਥੇ ਜਾ ਕੇ ਉਹ ਆਸ਼ਰਮ ਦੀ ਮੁਖੀਆ ਨੂੰ ਮਿਲਦਾ ਹੈ ਤੇ, ਕੀ ਤੁਸੀਂ ਮੇਰੀ ਮਾਂ ਦੇ ਬਾਰੇ ਕੁਝ ਜਾਣਦੇ ਹੋ ਆਸ਼ਾ ਜੀ? ਜੇ ਜਾਣਦੇ ਹੋ ਤਾਂ ਦੱਸੋ ਪਲੀਜ਼। ਵੇਖੋ, ਉਹਨਾਂ ਨੇ ਦੱਸਣ ਤੋਂ ਤਾਂ ਮਨਾ ਕੀਤਾ ਸੀ, ਪਰ ਤੁਸੀਂ ਇੰਨਾ ਜ਼ੋਰ ਪਾਉਂਦੇ ਪਏ ਹੋ ਤਾਂ ਅੱਜ ਮੈਂ ਦੱਸ ਹੀ ਦਿੰਨੀ ਆ।
ਹਾਂ ਦੱਸੋ ਪਲੀਜ਼। ਤੁਹਾਡੀ ਮਾਂ ਜ਼ਿੰਦਾ ਹੈ। ਤੁਹਾਨੂੰ ਜਨਮ ਦੇਣ ਤੋਂ ਬਾਅਦ ਆਪ ਹੀ ਤੁਹਾਨੂੰ ਇੱਥੇ ਛੱਡ ਗਈ ਸੀ। ਉਸ ਦਿਨ ਤੋਂ ਬਾਅਦ ਉਹ ਤੇ ਕਦੇ ਵੀ ਤੈਨੂੰ ਵੇਖਣ ਇੱਥੇ ਨਹੀਂ ਆਈ, ਪਰ ਤੇਰੇ ਖਰਚੇ ਦੇ ਲਈ ਪੈਸੇ ਹਰ ਮਹੀਨੇ ਬਿਨਾਂ ਭੁੱਲੇ ਭੇਜਦੀ ਰਹੀ। ਇਹ ਸੁਣ ਕੇ ਵਿਜੇ ਹੈਰਾਨ ਹੋ ਜਾਂਦਾ ਹੈ ਅਤੇ ਹੁਣ ਕਿੱਥੇ ਮਿਲੇਗੀ ਮੇਰੀ ਮਾਂ? ਉਹ ਇੱਥੇ ਮੈਨੂੰ ਆਖਿਰ ਕਿਉਂ ਛੱਡ ਕੇ ਗਈ ਸੀ? ਇਹ ਸਭ ਤਾਂ ਮੈਂ ਨਹੀਂ ਜਾਣਦੀ, ਪਰ ਉਹਦੀ ਇੱਕ ਫੋਟੋ ਮੇਰੇ ਕੋਲ ਹੈ। ਮੈਂ ਉਹ ਫੋਟੋ ਤੈਨੂੰ ਵਿਖਾ ਸਕਦੀ ਹਾਂ। ਇਹ ਕਹਿ ਕੇ ਆਸ਼ਾ ਵਿਜੇ ਨੂੰ ਉਹਦੀ ਮਾਂ ਦੀ ਫੋਟੋ ਦਿਖਾਉਂਦੀ ਹੈ ਤੇ ਉਸ ਫੋਟੋ ਨੂੰ ਵੇਖਦੇ ਹੀ ਵਿਜੇ ਉਹ ਹਾਂ, ਇਹ ਤੇ ਸਾਵਿਤਰੀ ਹੈ। ਕੀ ਸਾਵਿਤਰੀ ਮੇਰੀ ਮਾਂ ਹੈ? ਹੇ ਰੱਬਾ, ਇਹ ਕੀ ਹੋ ਗਿਆ? ਮੇਰੀ ਮਾਂ ਮੇਰੇ ਕੋਲ ਰਹੀ ਤੇ ਮੇਰੀ ਬਦਕਿਸਮਤੀ ਉਹਨੂੰ ਆਪਣੀ ਕੰਮ ਵਾਲੀ ਬਾਈ ਸਮਝਦਾ ਰਿਹਾ। ਇਹ ਕਹਿੰਦੇ ਕਹਿੰਦੇ ਵਿਜੇ ਰੋਣ ਲੱਗਦਾ ਹੈ ਤਾਂ ਫਿਰ ਸਾਵਿਤਰੀ ਦੇ ਭਾਲ ਵਿੱਚ ਨਿਕਲ ਪੈਂਦਾ ਹੈ। ਬੜੀ ਥਾਈਆਂ ਲੱਭਣ ਤੋਂ ਬਾਅਦ ਵੀ ਸਾਵਿਤਰੀ ਉਹਨੂੰ ਕਿੱਥੇ ਵੀ ਨਹੀਂ ਮਿਲਦੀ। ਹੇ ਰੱਬਾ, ਮੈਨੂੰ ਮੇਰੀ ਵਿਛੜੀ ਹੋਈ ਮਾਂ ਨਾਲ ਮਿਲਾ ਦੇ। ਮੈਂ ਆਪਣੀ ਮਾਂ ਦੇ ਲਈ ਤੜਪਦਾ ਪਿਆ। ਇਸ ਤਰ੍ਹਾਂ ਵਿਜੇ ਸਾਵਿਤਰੀ ਨੂੰ ਕਈ ਦਿਨਾਂ ਤੱਕ ਲੱਭਦਾ ਹੀ ਰਹਿੰਦਾ ਹੈ ਤੇ ਫਿਰ ਇੱਕ ਦਿਨ ਸਾਹਿਬ ਗਜ਼ਬ ਹੋ ਗਿਆ। ਕੀ ਗਜ਼ਬ ਹੋ ਗਿਆ? ਤੁਹਾਡੇ ਘਰ ਉਹ ਕੰਮ ਕਰਨ ਵਾਲੀ ਬੁੱਢੀ ਇੱਕ ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਹੈ ਤੇ ਕਿਸੇ ਲਾਵਾਰਿਸ ਦੀ ਤਰ੍ਹਾਂ ਸਰਕਾਰੀ ਹਸਪਤਾਲ ਵਿੱਚ ਪਈ ਹੈ। ਇਹ ਕੀ ਕਹਿੰਦਾ ਪਿਆ ਹੈ ਬਈ? ਮੈਂ ਸੱਚ ਹੀ ਕਹਿ ਰਿਹਾ ਸਾਹਿਬ, ਬੜੀ ਮਾੜੀ ਕਿਸਮਤ ਹੈ ਉਸ ਵਿਚਾਰੀ ਬੁੱਢੀ ਦੀ। ਇਹ ਸੁਣਦੇ ਹੀ ਵਿਜੇ ਫੌਰਨ ਹਸਪਤਾਲ ਪਹੁੰਚ ਜਾਂਦਾ ਹੈ ਤੇ ਸਾਵਿਤਰੀ ਦੇ ਗਲੇ ਲੱਗ ਕੇ ਰੋਣ ਲੱਗਦਾ ਹੈ। ਮਾਂ, ਤੂੰ ਮੇਰੇ ਨਾਲ ਇੰਜ ਕਿਉਂ ਕੀਤਾ? ਹਾਂ, ਮੇਰੇ ਕੋਲ ਰਹਿ ਕਰ ਵੀ ਮੈਨੂੰ ਸੱਚ ਕਿਉਂ ਨਹੀਂ ਦੱਸਿਆ? ਮਾਂ ਦੱਸ ਮਾਂ। ਮੈਂ ਮਜਬੂਰ ਸੀ ਮੇਰੇ ਬੱਚੇ। ਐਸੀ ਵੀ ਕੀ ਮਜਬੂਰੀ ਸੀ ਮਾਂ ਕਿ ਤੂੰ ਮੈਨੂੰ ਜਨਮ ਦਿਨ ਦੇ ਹੀ ਆਪਣੇ ਕੋਲੋਂ ਦੂਰ ਕਰ ਦਿੱਤਾ। ਬਾਅਦ ਵਿੱਚ ਮੇਰੇ ਨਾਲ ਰਹਿ ਕੇ ਮੈਨੂੰ ਇੱਕ ਵਾਰ ਵੀ ਨਹੀਂ ਇਹ ਕਿਹਾ ਕਿ ਮੈਂ ਤੇਰੀ ਸਗੀ ਮਾਂ ਹਾਂ। ਵਿਜੇ ਦੇ ਬਾਰ-ਬਾਰ ਇਹੀ ਸਵਾਲ ਕਰਨ ਉੱਤੇ ਸਾਵਿਤਰੀ ਉਹਨੂੰ ਸੱਚ ਦੱਸਣ ਦੇ ਲਈ ਮਜਬੂਰ ਹੋ ਜਾਂਦੀ ਹੈ ਤੇ ਉਸ ਨੂੰ ਦੱਸਦੀ ਹੈ, ਮੈਂ ਬਿਨ ਵਿਆਹੀ ਮਾਂ ਸੀ ਬੇਟਾ। ਇਸੇ ਲਈ ਮੈਨੂੰ ਤੈਨੂੰ ਆਪਣੇ ਕਲੇਜੇ ਦੇ ਟੁਕੜੇ ਨੂੰ ਆਪਣੇ ਨਾਲੋਂ ਦੂਰ ਕਰਨਾ ਪਿਆ। ਕੋਈ ਹੋਰ ਰਸਤਾ ਹੀ ਨਹੀਂ ਸੀ ਮੇਰੇ ਨਾਲ। ਬਟ ਤੇਰੇ ਨਾਲ ਇਹ ਸਭ ਕਿਸ ਤਰ੍ਹਾਂ ਹੋਇਆ ਮਾਂ? ਤੇਰੇ ਪਿਤਾ ਦੀ ਅਚਾਨਕ ਮੌਤ ਹੋ ਜਾਣ ਦੇ ਕਰਕੇ ਬੇਟਾ। ਇਸ ਦੇ ਬਾਅਦ ਸਾਵਿਤਰੀ ਵਿਜੇ ਨੂੰ ਸਾਰੀ ਸੱਚਾਈ ਦੱਸ ਦਿੰਦੀ ਹੈ ਅਤੇ ਉਹ ਸਾਵਿਤਰੀ ਨੂੰ ਆਪਣੇ ਘਰ ਲਿਆਉਂਦਾ ਹੈ। ਸਾਵਿਤਰੀ ਦੀ ਸੱਚਾਈ ਜਾਣ ਤੋਂ ਬਾਅਦ ਸੁਮਨ ਵੀ ਉਹਦੇ ਕੋਲੋਂ ਮਾਫੀ ਮੰਗ ਲੈਂਦੀ ਹੈ ਤੇ ਫਿਰ ਸਾਰੇ ਖੁਸ਼ੀ-ਖੁਸ਼ੀ ਮਿਲ ਕੇ ਰਹਿਣ ਲੱਗਦੇ ਨੇ।